वाहेगुरु जी का खालसा वाहेगुरु जी की फतेह। परम सत्कारयोग सन्मानयोग गुरु का खास रूप गुरु खालसा साध संगत जीओ, वड्डियां भागां वाले हो। दीन ते दुनिया दे मालक सतगुरु श्री गुरु ग्रंथ साहिब जी महाराज जी दी पवित्र पावन हजूरी च अमृत वेले तो गुरु चरनां च हाजरियां भर के अपने जीवन दीयां घड़ियां सवास समा गुरु लेखे ला के सफला और सकारथा कर रहे हो। सर्वासा पूर्ण करने वाली श्री आसा जी दी वार दे शब्द कीर्तन सतगुरां दे दर घर दे हजूरी कीर्तनीय ਸਿੰਘਾਂ पासों बहुत ही अदब सत्कार ते शरदा सहित आप जी ने सरवण कीते हैं। अमृत वेले सतगुरां ने पावन पवित्र श्री मुखवाक महावाक हुक्मनामे दी दात सानू बख्शिश कीती है। आओ कुछ समय लिए अपनियां सुरतियां बिरतियां सतगुरु जी दे पावन पवित्र शब्द दी विचार नाल जोड़िए। धन श्री गुरु अर्जन देव साहिब शहीदां दे सरताज सतगुरु अज दे इस पावन पवित्र शब्द की दात सानू बख्शिश कर रहे हैं। एको मनुख ने जेड़े उस पार ब्रह्म निरंकार अकाल पुरख वाहिगुरु परमेश्वर के चरनां तो टुटे हुए ने, वो गुरमुख जन भी इस संसार विच हैं जेड़े उस निरंकार वाहिगुरु पार ब्रह्म परमेश्वर के चरनां नाल जुड़े हुए हैं। गुरबाणी विच सतगुरां ने जुड़े होयां दा सत्कार कीता है, जुड़े होयां दी संगत करन दा हुक्म कीता है। ये दो प्रक्रियावां ने, तोड़ना ते जोड़ना। दोवें कर्म एक दूजे दे प्रति कर्म च चलते ने। संसार विच कोई भी वस्तु कोई भी चीज तोड़नी होवे, तोड़न वास्ते कोई बहुत ज्यादा मेहनत नहीं करनी पैंदी, पर जदों उहदा कुछ जोड़ बनाना होवे वो औखा काम हुंदा। तोड़ना कोई करामात नहीं है, तोड़ना कोई आर्ट नहीं है, कोई कला नहीं है, जोड़ना करामात है। आंगली मार नाम का एक व्यक्ति होया, इहदा प्रण सी कि मैं 1000 बंदे नूं मार के उन्हां दे हत्थां दीयां उंगलियां कट के उहदा हार बना के गल च पाउणा। 999 बंदियां दा कतल कर चुका सी, एक रह गया सी जिस नूं मारन तो बाद इहने अपनी प्रतिज्ञा पूरी करनी सी। जिस जंगल च काम कर रहा सी नेड़े महात्मा बुद्ध आए, पता लगा इदां दा व्यक्ति है। बैठिया बैठिया एकदम महात्मा बुद्ध दीयां अखां विचों हंझू वहण लग पए।
ਇਹਨਾਂ ਦਾ ਇੱਕ ਭਤੀਜਾ ਸੀ, ਉਹਦਾ ਨਾਂ ਸੀ ਆਨੰਦ। ਉਹ ਕੋਲ ਬੈਠਾ ਮਹਾਤਮਾ ਬੁੱਧ ਨੂੰ ਪੁੱਛਣ ਲੱਗਾ, ਹੇ ਬੁੱਧ, ਇਹ ਰੁਦਨ ਕਰਨ ਦਾ ਕਾਰਨ ਕੀ ਹੈ? ਇੱਕ ਮਹਾਤਮਾ ਜਦੋਂ ਹੱਸਦਾ, ਉਹਦੇ ਹੱਸਣ ਦਾ ਕੋਈ ਕਾਰਨ ਨਹੀਂ, ਪਰ ਜੋ ਰੁਦਨ ਕਰੇ ਤੇ ਇਹਦਾ ਮਤਲਬ ਕੋਈ ਨਾ ਕੋਈ ਕਾਰਨ ਹੈ। ਆਮ ਕਰਕੇ ਸੰਸਾਰ ਦੇ ਲੋਕਾਂ ਦੀ ਦਸ਼ਾ ਬਿਲਕੁਲ ਉਸ ਮਹਾਤਮਾ ਤੋਂ ਉਲਟ ਹੁੰਦੀ ਹੈ। ਮਨੁੱਖਾਂ ਨੂੰ ਹੱਸਣ ਵਾਸਤੇ ਕਾਰਨ ਚਾਹੀਦਾ, ਰੋਣ ਲਈ ਕੋਈ ਕਾਰਨ ਦੀ ਲੋੜ ਨਹੀਂ, ਉਦਾਂ ਹੀ ਰੋ ਰਹੇ ਨੇ ਖਾਂਦੇ ਪੀਂਦੇ। ਹਾਏ ਮਰ ਗਏ, ਹਾਏ ਘਾਟਾ ਪੈ ਗਿਆ, ਹਾਏ ਆ ਹੋ ਗਿਆ। ਪਰ ਹੱਸਣਾ ਹੋਵੇ ਤੇ ਫਿਰ ਕਾਰਨ ਚਾਹੀਦਾ। ਛੋਟਾ ਜਿਹਾ ਬੱਚਾ ਅੰਗੂਠਾ ਆਪਣੇ ਪੈਰ ਦਾ ਵੀ ਆਪਣੇ ਮੂੰਹ ਵਿੱਚ ਪਾ ਕੇ ਮੁਸਕਰਾ ਰਿਹਾ ਹੈ, ਉਹਨੂੰ ਹੱਸਣ ਲਈ ਕਾਰਨ ਦੀ ਜ਼ਰੂਰਤ ਨਹੀਂ। ਉਹ ਸੁੱਤਾ ਪਿਆ ਵੀ ਹੱਸ ਰਿਹਾ। ਉਹ ਰੋਂਦਾ ਕਿਸ ਵਕਤ ਹੈ? ਜਦੋਂ ਉਹਨੇ ਬਿਸਤਰਾ ਗਿੱਲਾ ਕਰ ਦਿੱਤਾ, ਜਾਂ ਫਿਰ ਉਹਨੂੰ ਭੁੱਖ ਹੈ ਜਾਂ ਕੋਈ ਤਕਲੀਫ ਹੈ। ਮਹਾਤਮਾ ਵੀ ਉਸ ਬਾਲਕ ਦੇ ਮਨਿੰਦ ਹੁੰਦੇ ਨੇ। ਆਨੰਦ ਕਹਿਣ ਲੱਗਾ, ਜੇ ਤੁਹਾਡੀਆਂ ਅੱਖਾਂ ਚੋਂ ਨੀਰ ਵਹਿ ਤਾਂ ਇਹਦਾ ਕੋਈ ਨਾ ਕੋਈ ਕਾਰਨ ਹੈ। ਕਹਿੰਦੇ, ਹਾਂ ਆਨੰਦ, ਕਾਰਨ ਬੜਾ ਵੱਡਾ ਹੈ। ਮੇਰੇ ਤੋਂ ਕੁਝ ਦੂਰੀ ਤੇ ਇੱਕ ਮਨੁੱਖ ਹੈ ਜੋ ਰਾਖਸ਼ ਬਿਰਤੀ ਧਾਰਨ ਕਰਕੇ ਬੈਠਾ ਤੇ ਮੈਂ ਰੋ ਰਿਹਾ। ਮੇਰੀ ਕਰੁਣਾ ਵਿੱਚ, ਮੇਰੀ ਦਇਆ ਵਿੱਚ ਕੋਈ ਕਮੀ ਹੈ ਕਿ ਉਹ ਹਾਲੇ ਮੇਰੇ ਨੇੜੇ ਰਹਿ ਕੇ ਵੀ ਪਾਪ ਕਰ ਰਿਹਾ ਹੈ। ਜ਼ਰੂਰ ਮੇਰੇ ਵਿੱਚ ਕੋਈ ਕਮੀ ਹੈ। ਮਹਾਤਮਾ ਬੁੱਧ ਉਸ ਪਾਸੇ ਨੂੰ ਚੱਲ ਪਏ। ਅੰਗ ਦੀ ਮਾਰ ਮੋਢੇ ਤੇ ਕੁਹਾੜਾ ਰੱਖਿਆ ਹੋਇਆ ਤੇ ਇੱਕ ਛੋਟਾ ਜਿਹਾ ਟਿੱਬਾ ਹੈ ਪਹਾੜ ਨੁਮਾ, ਉਹਦੇ ਤੇ ਬੈਠਾ। ਉਡੀਕ ਕਰ ਰਿਹਾ ਹੈ ਇੱਕ ਬੰਦਾ ਆ ਜਾਏ, ਮਾਰਨ ਤੋਂ ਬਾਅਦ ਆਪਣੀ ਕਸਮ ਪੂਰੀ ਕਰ ਲਵਾਂ। ਉਡੀਕ ਇੱਕ ਦੀ ਕਰ ਰਿਹਾ, ਪਰ ਆ ਦੋ ਰਹੇ ਨੇ। ਇੱਕ ਪਾਸੇ ਉਹ ਮਹਾਤਮਾ ਬੁੱਧ ਆ ਰਹੇ ਨੇ, ਦੂਜੇ ਪਾਸੇ ਇੱਕ ਔਰਤ ਆ ਰਹੀ ਹੈ। ਸੋਚਦਾ ਹੈ ਔਰਤ ਨੂੰ ਕੀ ਮਾਰਨਾ ਹੈ, ਇਧਰੋਂ ਜਿਹੜਾ ਇਹ ਮਨੁੱਖ ਆ ਰਿਹਾ ਇਹਨੂੰ ਮਾਰਨਾ। ਇਹ ਕਹਿ ਕੇ ਸੋਚ ਕੇ ਉਹਦਾ ਕੋਈ ਪ੍ਰਾਰਬਧ ਕਰਮ ਹੋਵੇਗਾ ਜਿਹੜਾ ਖਿੱਚ ਕੇ ਉਹਨੂੰ ਲੈ ਕੇ ਚਲਿਆ ਜਾ ਰਿਹਾ ਹੈ। ਜਾਂ ਉਸ ਔਰਤ ਨੂੰ ਮਾਰਨ ਵਾਸਤੇ ਵੀ ਸਕਦਾ ਸੀ, ਪਰ ਕੋਈ ਪ੍ਰਾਰਬਧ ਕਰਮ ਚੰਗਾ ਸੀ ਕਿ ਉਹਨੇ ਪ੍ਰੇਰਿਆ ਤੇ ਇਸ ਪਾਸੇ ਲੈ ਆਇਆ। ਠਹਿਰ, ਆਵਾਜ਼ ਮਾਰੀ, ਠਹਿਰ। ਮਹਾਤਮਾ ਬੁੱਧ ਅੱਗੋਂ ਬੋਲੇ, ਤੂੰ ਠਹਿਰ ਜਾ। ਮੈਂ ਤਾਂ ਠਹਿਰ ਗਿਆ ਸੀ ਉਸ ਦਿਨ ਜਿਸ ਦਿਨ ਮੈਨੂੰ ਬੋਧ ਪ੍ਰਾਪਤ ਹੋਇਆ, ਪਰ ਤੂੰ ਹਾਲੇ ਵੀ ਨਹੀਂ ਠਹਿਰਿਆ। ਪਾਪ ਕਰਮਾਂ ਵਾਲੇ ਪਾਸੇ ਵੱਧਦਾ ਹੀ ਚੱਲਿਆ ਜਾ ਰਿਹਾ। ਜਿਸ ਨੂੰ ਗਿਆਨ ਹੋ ਜਾਵੇ ਉਹ ਠਹਿਰ ਜਾਂਦਾ, ਯਾਨੀ ਕਿ ਉਹਦਾ ਮਨ ਰੁਕ ਜਾਂਦਾ। ਉਹ ਬੜਾ ਹੈਰਾਨ ਹੋਇਆ ਵੀ ਟੁਰਿਆ ਇਹ ਆਉਂਦਾ, ਮੈਂ ਤਾਂ ਪਹਿਲਾਂ ਹੀ ਖਲੋਤਾ ਹੋਇਆ। ਇਹ ਪੈਦਲ ਤੁਰਿਆ ਆਉਂਦਾ ਤੇ ਕਹਿੰਦਾ ਮੈਂ ਠਹਿਰਿਆ ਹੋਇਆ, ਤੂੰ ਠਹਿਰ ਜਾ। ਸਮਝ ਨਹੀਂ ਆਈ। ਕੋਲ ਆਏ, ਕਹਿੰਦੇ ਤੈਨੂੰ ਡਰ ਨਹੀਂ, ਮੈਂ ਤੈਨੂੰ ਮਾਰਨਾ ਹੈ? ਕਹਿੰਦੇ ਨਹੀਂ। ਬੜਾ ਹੈਰਾਨ ਸੀ। ਮੈਂ ਹੁਣ ਮਾਰਾਂਗਾ? ਕਹਿੰਦੇ ਹਾਂ ਮਾਰ ਲੈ। ਮਰਨ ਤੋਂ ਪਹਿਲਾਂ ਮੇਰੀ ਇੱਕ ਅੱਧੀ ਇੱਛਾ ਤਾਂ ਪੂਰਨ ਕਰੇਗਾ। ਉਹ ਬੜਾ ਹੈਰਾਨ ਸੀ ਵੀ ਇਹਨੂੰ ਡਰ ਵੀ ਨਹੀਂ ਤੇ ਅੱਗੋਂ ਇੱਛਾ ਪੂਰਤੀ ਦੀ ਗੱਲ ਕਰਦਾ। ਕਹਿੰਦਾ ਹਾਂ ਦੱਸੋ। ਆਹ ਦਰਖਤ ਦੇ ਉੱਤੇ ਲੱਗੀ ਹੋਈ ਟਹਿਣੀ ਐ, ਇਸ ਨੂੰ ਕੱਟ ਦੇ। ਹੱਥ 'ਚ ਤੇਰੇ ਕੁਹਾੜਾ, ਕੋਈ ਔਖਾ ਕੰਮ ਨਹੀਂ। ਉਹ ਟਾਹਣੀ ਦਰਖਤ ਦੀ ਇਹਨੇ ਕੁਹਾੜਾ ਮਾਰਿਆ, ਵੱਢ ਕੇ ਕੱਟ ਕੇ ਜ਼ਮੀਨ ਤੇ ਸੁੱਟ ਦਿੱਤੀ। ਕਹਿਣ ਲੱਗੇ ਧੰਨਵਾਦ ਹੈ ਤੇਰਾ, ਬਹੁਤ ਸ਼ੁਕਰਾਨਾ ਹੈ ਤੇਰਾ, ਤੂੰ ਮੇਰੀ ਗੱਲ ਮੰਨੀ ਹੈ। ਹੁਣ ਮੈਨੂੰ ਯਕੀਨ ਹੋ ਗਿਆ, ਕਿਉਂਕਿ ਜਿਸ ਦੇ ਅੰਦਰ ਮੰਨਣ ਦੀ ਬਿਰਤੀ ਹੁੰਦੀ ਹੈ ਉਹੀ ਧਰਮ ਦਾ ਪਾਂਧੀ ਬਣ ਸਕਦਾ। ਜਿਹਦੇ ਅੰਦਰ ਮੰਨਣਸ਼ੀਲ ਬਿਰਤੀ ਨਹੀਂ, ਉਹ ਨਹੀਂ ਚੱਲ ਸਕਦਾ।
ਤੂੰ ਮੇਰੀ ਇੱਕ ਗੱਲ ਮੰਨ ਲਈ ਆ, ਹੁਣ ਮੈਨੂੰ ਯਕੀਨ ਹੈ ਦੂਜੀ ਵੀ ਮੰਨੇਗਾ। ਕਹਿੰਦਾ ਦੱਸੋ, ਇਹ ਜਿਹੜੀ ਕੱਟੀ ਹੋਈ ਤੋੜੀ ਹੋਈ ਟਹਿਣੀ ਤੂੰ ਜ਼ਮੀਨ ਤੇ ਸੁੱਟੀ ਹੈ, ਇਹਨੂੰ ਦੁਬਾਰਾ ਜੋੜ ਦੇ। ਕਹਿਣ ਲੱਗਾ ਇਹ ਕਿਵੇਂ ਜੋੜੀ ਜਾ ਸਕਦੀ ਹੈ? ਮਹਾਤਮਾ ਬੁੱਧ ਬੋਲੇ, ਕਹਿੰਦੇ ਕੱਟਣਾ ਤੋੜਨਾ ਬਹੁਤ ਸੌਖਾ ਹੈ, ਪਰ ਜੋੜਨਾ ਬਹੁਤ ਕਠਿਨ ਹੈ। ਇਹ ਸੁਣਦਿਆਂ ਉਹਦੇ ਹੱਥ ਦੇ ਵਿੱਚੋਂ ਕੁਹਾੜਾ ਜ਼ਮੀਨ ਤੇ ਡਿੱਗ ਪਿਆ। ਇਹ ਕਹਾਣੀ ਅਸਲ ਵਿੱਚ ਜੋੜਨਾ ਹੀ ਸਭ ਤੋਂ ਵੱਡੀ ਅਜ਼ਮਤ ਹੈ। ਔਰ ਇਹ ਅਜ਼ਮਤ, ਇਹ ਕਰਾਮਾਤ ਪ੍ਰਤੱਖ ਰੂਪ ਵਿੱਚ ਪਰਮੇਸ਼ਰ ਦੇ ਪਿਆਰਿਆਂ ਦੇ ਪਾਸ, ਸਤਿਪੁਰਸ਼ਾਂ ਦੇ ਪਾਸ ਵਰਤਦੀ ਹੈ। ਕੋਈ ਪੁੱਛੇ ਕੋਈ ਕਰਾਮਾਤ ਹੁੰਦੀ ਹੈ ਸਾਧੂਆਂ ਵਿੱਚ? ਵਿਖਾਓ। ਉਹਨਾਂ ਮਹਾਂਪੁਰਸ਼ਾਂ ਸਾਧੂਆਂ ਵਿੱਚ ਇਹੀ ਕਰਾਮਾਤ ਹੈ ਕਿ ਉੱਥੇ ਗਿਆ ਹੋਇਆਂ ਦਾ ਮਨ ਬਦੋ ਬਦੀ ਪ੍ਰਮਾਤਮਾ ਵੱਲ ਜੁੜਦਾ ਹੈ। ਇਹੀ ਕਰਾਮਾਤ ਹੈ। ਉਹਨਾਂ ਜੁੜਿਆ ਹੋਇਆਂ ਦੀ ਬਾਤ ਅੱਜ ਮੇਰੇ ਪਾਤਸ਼ਾਹ ਆਪਣੇ ਪਾਵਨ ਸ਼ਬਦ ਵਿੱਚ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਜੈ ਸ੍ਰੀ ਮਹਲਾ ਪੰਜਵਾਂ। ਕੋਈ ਜਨ ਹਰਿ ਸਿਉ ਦੇਵੈ ਜੋਰ। ਜੈਤ ਸਰੀ ਰਾਗ ਹੈ। ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਹੈ। ਕੋਈ ਜਨ, ਕੋਈ ਰੱਬ ਦਾ ਪਿਆਰਾ। ਕਿਉਂਕਿ ਜਨ ਦੀ ਪਰਿਭਾਸ਼ਾ ਗੁਰਬਾਣੀ 'ਚ ਸਾਹਿਬ ਨੇ ਦੱਸੀ ਹੈ। ਜਨ ਕੌਣ ਹੈ? ਜਿਹੜਾ ਹਰੀ ਦਾ ਹੀ ਰੂਪ ਹੋ ਗਿਆ, ਉਹ ਜਨ ਹੈ। ਉਹ ਵੀ ਜਨ ਨਹੀਂ ਜਿਹੜਾ ਪਾਣੀ ਵਾਂਗੂ ਹੈ। ਉਹ ਵੀ ਜਨ ਨਹੀਂ ਜਿਹੜਾ ਰਸਤੇ ਵਿੱਚ ਪਏ ਹੋਏ ਪੱਥਰ ਵਾਂਗੂ ਹੈ। ਉਹ ਵੀ ਜਨ ਨਹੀਂ ਜਿਹੜਾ ਰਾਹ ਵਿੱਚ ਪਈ ਹੋਈ ਖੇਹ ਦੇ ਸਮਾਨ ਹੋਵੇ। ਜਨ ਉਹ ਹੈ ਜਿਹੋ ਜਿਹਾ ਹਰੀ ਹੈ। ਕਿਉਂਕਿ ਰਸਤੇ ਵਿੱਚ ਪਿਆ ਹੋਇਆ ਪੱਥਰ ਵੀ ਦੁੱਖ ਦਿੰਦਾ, ਰਸਤੇ 'ਚ ਪਈ ਹੋਈ ਖੇਹ ਵੀ ਲੋਕਾਂ ਦੇ ਸਰੀਰ ਨੂੰ ਭੂਸਰ ਕਰਦੀ ਹੈ, ਮੈਲਾ ਕਰਦੀ ਹੈ। ਔਰ ਖੜਾ ਹੋਇਆ ਪਾਣੀ ਵੀ ਸੀਰਾ ਤਾਤਾ ਹੋ ਜਾਂਦਾ, ਕਦੇ ਠੰਡਾ ਕਦੇ ਗਰਮ। ਰੱਬ ਦੇ ਪਿਆਰਿਆਂ ਦਾ ਸੁਭਾਅ ਐਸਾ ਨਹੀਂ। ਉਹ ਨਾ ਕਿਸੇ ਨੂੰ ਦੁੱਖ ਦਿੰਦੇ ਨੇ, ਨਾ ਕਿਸੇ ਨੂੰ ਮਲਨ ਕਰਦੇ ਨੇ, ਨਾ ਉਹਨਾਂ ਦਾ ਸੁਭਾਅ ਸੀਰਾ ਤਾਤਾ ਹੁੰਦਾ। ਸਦਾ ਇੱਕ ਰਸ ਬਿਰਤੀ 'ਚ ਰਹਿੰਦੇ ਨੇ। ਇਸ ਕਰਕੇ ਉਹ ਹਰੀ ਵਰਗੇ ਨੇ। ਐਸੇ ਜੋ ਹਰੀ ਦੇ ਜਨ ਨੇ, ਉਹਨਾਂ ਨੂੰ ਸੰਬੋਧਨ ਕਰਦਿਆਂ ਕਹਿੰਦੇ, ਇਹੋ ਜਿਹਾ ਕੋਈ ਜਨ ਹੋਵੇ ਜਿਹੜਾ ਮੈਨੂੰ ਮੇਰੇ ਹਰੀ ਨਾਲ ਜੋੜ ਦੇਵੇ। ਕਿਉਂਕਿ ਜੁੜਿਆ ਹੋਇਆ ਹੀ ਜੋੜ ਸਕਦਾ ਹੈ ਨਾ। ਕੋਈ ਇਹੋ ਜਿਹਾ ਜਨ ਜਿਹੜਾ ਉਸ ਹਰੀ ਨਾਲ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਮੈਨੂੰ ਜੋੜ ਦੇਵੇ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵਿੱਚ ਆਈ। ਕੋਈ ਰੱਬ ਦਾ ਪਿਆਰਾ, ਕੋਈ ਨਿਰੰਕਾਰ ਦੇ ਰੰਗਾਂ ਵਿੱਚ ਰੰਗਿਆ ਹੋਇਆ ਸਤਿਪੁਰਸ਼ ਆਵੇ ਔਰ ਆ ਕੇ ਮੈਨੂੰ ਮੇਰੇ ਰੱਬ ਨਾਲ, ਮੇਰੇ ਪਿਆਰੇ ਨਾਲ ਮਿਲਾ ਦੇਵੇ। ਸਿੱਖ ਦੇ ਹਿਰਦੇ ਵਿੱਚ ਇੱਕ ਆਂਖਾ ਰਹਿੰਦੀ ਹੈ ਮਿਲਿਆ ਹੋਇਆਂ ਦਾ ਮੇਲ ਕਰਨ ਦੀ, ਜੁੜਿਆ ਹੋਇਆਂ ਦੀ ਸੰਗਤ ਕਰਨ ਦੀ। ਜਿਹੜੇ ਮਿਲੇ ਹੋਏ ਨੇ ਉਸ ਵਾਹਿਗੁਰੂ ਵਿੱਚ, ਉਹਨਾਂ ਮਿਲਿਆ ਹੋਇਆਂ ਦਾ ਸੰਗ, ਸਾਧ ਦਾ ਸੰਗ, ਭਜਨ ਦਾ ਰੰਗ। ਮਹਾਰਾਜ ਇਹੋ ਜਿਹਾ ਕੋਈ ਜਨ ਹੋਵੇ
ਜਿਹੜਾ ਮੈਨੂੰ ਮੇਰੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜੋੜ ਦੇਵੇ। ਚਰਨ ਗਹੋ ਬਕੋ ਸ਼ੁਭ ਰਸਨਾ ਦੀਜਹਿ ਪ੍ਰਾਨ ਅਕੋਰ। ਇਹੋ ਜੇ ਰੱਬ ਦੇ ਪਿਆਰਿਆਂ ਦੇ ਮੈਂ ਚਰਨ ਗ੍ਰਹਿਣ ਕਰਾਂ, ਚਰਨ ਪਕੜ ਲਵਾਂ, ਜਿਹੜਾ ਮੈਨੂੰ ਜੋੜੇ ਉਹਦੇ ਚਰਨ ਫੜ ਲਵਾਂ ਘੁੱਟ ਕੇ। ਚਰਨ ਗਹੋਂ ਬਕਉ ਸ਼ੁਭ ਰਸਨਾ, ਔਰ ਆਪਣੀ ਰਸਨਾ ਤੋਂ ਉਹਦੀ ਸਿਫਤ ਕਰਾਂ, ਉਹਦੀ ਸੋਭਾ ਕਰਾਂ, ਉਹਨਾਂ ਦੀਆਂ ਉਸਤਤਾਂ ਕਰਾਂ, ਵਡਿਆਈ ਕਰਾਂ, ਔਰ ਆਪਣੇ ਪ੍ਰਾਣ ਉਹਦੇ ਚਰਨਾਂ ਵਿੱਚ ਭੇਟਾ ਵਜੋਂ ਅਰਪਣ ਕਰਦੇ ਹਾਂ। ਆਪਣੇ ਪ੍ਰਾਣ ਉਹਦੇ ਚਰਨਾਂ 'ਚ ਅਰਪਣ ਕਰਦੇ ਹਾਂ। ਪ੍ਰਾਣ ਅਰਪਣ ਕਰਨ ਦਾ ਮਤਲਬ ਪ੍ਰਾਣਾਂ ਦੇ ਪਰਯੰਤ ਤੱਕ ਉਹਦੇ ਚਰਨਾਂ 'ਚ ਰਹਿ ਕੇ ਉਹਦੀ ਸੇਵਾ ਕਰਾਂ, ਜਿਹੜਾ ਮੈਨੂੰ ਮਿਲਾ ਦੇਵੇ। ਪੱਖਾ ਫੇਰੀ ਪਾਣੀ ਢੋਵਾਂ, ਉਹਨਾਂ ਰੱਬ ਦੇ ਪਿਆਰਿਆਂ ਦੇ ਵਾਸਤੇ ਮੈਂ ਏਦਾਂ ਆਪਣਾ ਆਪ ਸਮਰਪਣ ਕਰ ਦਿਆਂ, ਜਿਹੜਾ ਮੈਨੂੰ ਮੇਰੇ ਉਸ ਹਰੀ ਨਾਲ ਜੋੜ ਦੇਵੇ। ਉਹਨਾਂ ਤੋਂ ਬਲਿਹਾਰ ਜਾਈਏ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਲਿਹਾਰ ਜਾਈਏ, ਸਾਨੂੰ ਹਰੀ ਨਾਲ ਜੋੜਦੇ ਹਨ। ਹਰੀ ਨਾਲ ਜੋੜਦੇ ਆ, ਪਰਮੇਸ਼ਰ ਨਾਲ ਜੋੜਦੇ ਹਨ। ਮਹਾਰਾਜ ਜੀ ਤੋਂ ਵੀ ਵਾਰੇ-ਵਾਰੇ ਜਾਈਏ। ਜਿਹੜੇ ਗੁਰਸਿੱਖ ਗੁਰੂ ਨਾਲ ਜੋੜਨ, ਉਹਨਾਂ ਗੁਰਸਿੱਖਾਂ ਤੋਂ ਵੀ ਬਲਿਹਾਰ ਜਾਈਏ, ਉਹਨਾਂ ਗੁਰਮੁਖਾਂ ਤੋਂ ਵੀ ਵਾਰੇ-ਵਾਰੇ ਜਾਈਏ। ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ। ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ, ਕੋਈ ਜਨ ਹਰਿ ਸਿਉ ਦੇਵੈ ਜੋਰ। ਚਰਨ ਗਹੋ ਬਕੋ ਸ਼ੁਭ ਰਸਨਾ, ਚਰਨ ਗਹੋ ਬਕੋ ਸ਼ੁਭ ਰਸਨਾ। ਚਰਨ ਗਹੋ ਬਕੋ ਸ਼ੁਭ ਰਸਨਾ, ਚਰਨ ਗਹੋ ਬਕੋ ਸ਼ੁਭ ਰਸਨਾ। ਦੀਜੈ ਪ੍ਰਾਨ ਅਕੋਰ, ਦੀਜੈ ਪ੍ਰਾਨ ਅਕੋਰ, ਦੀਜੈ ਪ੍ਰਾਨ ਅਕੋਰ, ਦੀਜੈ ਪ੍ਰਾਨ ਅਕੋਰ। ਮੈਂ ਆਪਣੇ ਪ੍ਰਾਣ ਵੀ ਤਿਸ ਦੇ ਚਰਨਾਂ ਵਿੱਚ ਭੇਟਾ ਵਜੋਂ ਅਰਪਣ ਕਰ ਦੇਵਾਂ। ਰਹਾਉ ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਦਾ ਸੰਜੋਰ। ਕਹਿੰਦੇ ਮਨ ਤੇ ਤਨ ਨੂੰ ਨਿਰਮਲ ਕਰਨਾ, ਸ਼ੁੱਧ ਕਰਨਾ। ਮਨ ਵੀ ਸ਼ੁੱਧ ਹੁੰਦਾ ਤੇ ਤਨ ਵੀ ਸ਼ੁੱਧ ਹੁੰਦਾ। ਤਨ ਸ਼ੁੱਧ ਹੁੰਦਾ ਸੇਵਾ ਕੀਤਿਆਂ, ਮਨ ਸ਼ੁੱਧ ਹੁੰਦਾ ਸਿਮਰਨ ਕੀਤਿਆਂ। ਤਨ ਦੀ ਸ਼ੁੱਧੀ ਜਿਹੜੀ ਆ ਉਹ ਸੇਵਾ ਦੁਆਰਾ ਹੁੰਦੀ ਹੈ। ਇਸ਼ਨਾਨ ਪਾਨ ਕਰਨਾ, ਸਰੀਰ ਦੀ ਕਿਰਿਆ ਸੋਧਣੀ। ਫਿਰ ਤਨ ਦੀ ਸ਼ੁੱਧੀ ਸੇਵਾ ਨਾਲ ਵੀ ਹੁੰਦੀ ਹੈ। ਹੱਥ ਸਫਲ ਹੁੰਦੇ ਆ ਸੇਵਾ ਕੀਤਿਆਂ, ਪੈਰ ਸਫਲ ਹੁੰਦੇ ਆ ਗੁਰਧਾਮ ਨੂੰ ਚੱਲ ਕੇ ਜਾਇਆ। ਬਹੁਤ ਸਾਰੇ ਸਾਧਕ ਤਨ ਦੀ ਸ਼ੁੱਧੀ ਵਾਸਤੇ ਵੀ ਜਿਹੜੀ ਰਹਿਤ ਮਰਿਆਦਾ, ਚਾਹ ਨਹੀਂ ਖਾਣਾ, ਆਹ ਖਾਣਾ ਇਹ ਨਹੀਂ ਖਾਣਾ, ਮਰਿਆਦਾ ਹੈ, ਉਹਦਾ ਸੰਜਮ ਰੱਖਦੇ ਨੇ। ਉਹ ਤਨ ਦੀ ਸਾਧਨਾ ਵੀ ਹੈ। ਕਈ ਵਿਵੇਕੀ ਸਿੰਘ ਨੇ, ਉਹ ਵਿਵੇਕ 'ਚ ਰਹਿੰਦੇ ਆ। ਸਰਬਲੋ ਦੇ ਵਿੱਚ ਤਿਆਰ ਕਰਕੇ ਭੋਜਨ ਛਕਣਾ, ਉਹ ਤਨ ਦੀ ਸ਼ੁੱਧੀ ਹੈ। ਸੇਵਾ ਕਰਨੀ, ਜੋੜੇ ਝਾੜਨੇ, ਬਰਤਨ ਮਾਂਜਣੇ, ਇਹ ਸਾਰੀ ਤਨ ਦੀ ਸ਼ੁੱਧੀ ਹੋ ਰਹੀ। ਤਨ ਨਿਰਮਲ ਹੁੰਦਾ ਹੈ। ਮਨ ਦੀ ਸ਼ੁੱਧੀ ਸਿਮਰਨ ਦੁਆਰਾ ਹੈ। ਇੱਥੇ ਗੁਰਦੇਵ ਨੇ ਦੋਵੇਂ ਬਚਨ ਕੀਤੇ, ਮਨ ਤੇ ਤਨ, ਇਹਨਾਂ ਨੂੰ ਨਿਰਮਲ ਕਰਨਾ, ਸ਼ੁੱਧ ਕਰਨਾ। ਅੱਖਾਂ ਨੂੰ
ਬੁਰਾ ਵੇਖਣ ਤੋਂ, ਕੰਨਾਂ ਨੂੰ ਨਿੰਦਾ ਸੁਣਨ ਤੋਂ, ਜ਼ੁਬਾਨ ਨੂੰ ਸਵਾਦਾਂ ਤੋਂ, ਇਹਦਾ ਆਪਣੀਆਂ ਇੰਦਰੀਆਂ ਨੂੰ ਰੋਕਣਾ। ਇਹ ਤਨ ਦੀ ਸ਼ੁੱਧੀ ਹੈ ਨਾ, ਤਨ ਨਿਰਮਲ ਕਰਨਾ। ਇਹ ਮਾਨੋ ਕਿਆਰਾ ਹੈ, ਇਹ ਤੁਸੀਂ ਕਿਆਰਾ ਬਣਾ ਲਿਆ। ਜਿਵੇਂ ਖੇਤ 'ਚ ਕਿਆਰਾ ਬਣਾਉਣਾ ਪੈਂਦਾ ਕਿਉਂਕਿ ਪਾਣੀ ਨਹੀਂ ਠਹਿਰਦਾ ਜੇ ਕਿਆਰਾ ਨਾ ਹੋਵੇ, ਤੂੰ ਕਿਆਰਾ ਬਣਾ ਲਿਆ ਇਹਦਾ। ਫਿਰ ਸੰਜੋਰ, ਸੰਜੋਰ ਦਾ ਮਤਲਬ ਹੁੰਦਾ ਵੀ ਭਲੀ ਪ੍ਰਕਾਰ ਨਾਲ ਆਪਣੇ ਮਨ ਨੂੰ ਪਰਮੇਸ਼ਰ ਦੇ ਚਰਨਾਂ ਨਾਲ ਜੋੜਨਾ। ਜਿਵੇਂ ਬਲਦ ਨਹੀਂ ਜੋੜੇ ਜਾਂਦੇ, ਪੁਰਾਣੇ ਸਮਿਆਂ 'ਚ ਖੂਹਾਂ ਤੇ ਬਲਦ ਜੋੜੇ ਜਾਂਦੇ ਸੀ। ਅੱਜ ਕੱਲ ਤਾਂ ਚਲੋ ਪਾਣੀ ਦੇ ਸਾਧਨ ਹੋਰ ਹੋ ਗਏ, ਮੋਟਰਾਂ ਲੱਗ ਗਈਆਂ ਧਰਤੀ 'ਚੋਂ ਪਾਣੀ ਬਾਹਰ ਕੱਢਣ ਲਈ। ਪਹਿਲਾਂ ਟਿੰਡਾਂ ਵਾਲੇ ਖੂਹ ਹੁੰਦੇ, ਉਹਨਾਂ ਤੇ ਬਲਦ ਜੋੜੇ ਜਾਂਦੇ। ਇੱਥੇ ਗੁਰਦੇਵ ਕਹਿੰਦੇ ਜਿਹੜਾ ਤੁਹਾਡਾ ਮਨ ਹੈ ਨਾ, ਇਹ ਬਲਦ ਹੈ, ਇਹਨੂੰ ਚੰਗੀ ਤਰ੍ਹਾਂ ਜੋੜੋ ਪਹਿਲਾਂ ਸਾਹਿਬ ਦੇ ਚਰਨਾਂ ਨਾਲ। ਇਹ ਸਮਝ ਲਓ ਤੁਸੀਂ ਬਲਦ ਜੋੜ ਲਏ। ਜਦੋਂ ਬਲਦ ਜੋੜ ਲਏ ਤੇ ਫਿਰ ਨਾਮ ਦੇ ਅੰਮ੍ਰਿਤ ਜਲ ਨਾਲ ਆਪਣੇ ਇਸ ਕਿਆਰੇ ਨੂੰ ਸਿੰਚੋ। ਜਦੋਂ ਬਲਦ ਘੁੰਮਣਗੇ ਤੇ ਪਾਣੀ ਟੰਡਾਂ ਚੋਂ ਬਾਹਰ ਆਵੇਗਾ ਨਾ, ਖੂਹ ਚੋਂ ਬਾਹਰ ਆਵੇਗਾ। ਤੋ ਇਸ ਪ੍ਰਕਾਰ ਨਾਲ ਕਹਿੰਦੇ ਜਦੋਂ ਮਨ ਜੋੜੋਗੇ ਸਾਹਿਬ ਦੇ ਚਰਨਾਂ ਨਾਲ ਤੇ ਫਿਰ ਇਹ ਸੁਧਾ ਨਾਮ ਕਹੀਏ ਅੰਮ੍ਰਿਤ ਦਾ, ਜਿਹੜਾ ਨਾਮ ਅੰਮ੍ਰਿਤ ਹੈ, ਇਸ ਨਾਮ ਅੰਮ੍ਰਿਤ ਨਾਲ ਜਿਹੜਾ ਉੱਤੇ ਦੱਸਿਆ ਵੀ ਕਿਆਰਾ ਬਣ ਗਿਆ, ਉਸ ਕਿਆਰੇ ਨੂੰ ਸਿੰਚੋ। ਹਾਂਜੀ। ਯਾ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ। ਇਹ ਜਿਹੜਾ ਰਸ ਹੈ, ਇਸ ਰਸ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਨਾਲ ਹੀ ਮਗਨ ਹੋਇਆ ਜਾ ਸਕਦਾ। ਇਸ ਰਸ ਵਿੱਚ ਉਹਦੀ ਦਇਆ ਤੋਂ ਬਿਨਾਂ ਨਹੀਂ ਮਗਨ ਹੋਇਆ ਜਾ ਸਕਦਾ। ਉਹਦਾ ਤਰਸ ਚਾਹੀਦਾ, ਕਿਰਪਾ ਚਾਹੀਦੀ। ਜਿਹੜੇ ਇਸ ਰਸ 'ਚ ਮਗਨ ਹੋਏ ਨੇ ਉਹਦੀ ਕਿਰਪਾ ਦੁਆਰਾ ਹੋਏ ਨੇ, ਤੇ ਜਿਹੜੇ ਇਸ ਰਸ 'ਚ ਮਗਨ ਹੋ ਗਏ ਉਹਨਾਂ ਨੇ ਫਿਰ ਜਿਹੜੀ ਮਹਾ ਵਿਖਿਆ ਸੀ, ਮਹਾ ਵਿਖਿਆ, ਜਿੰਨੇ ਵੀ ਵਿਕਾਰ ਨੇ ਜ਼ਹਿਰ ਦੇ ਸਮਾਨ, ਵਿਖਿਆ ਰੂਪ ਇਹਨਾਂ ਜ਼ਹਿਰ ਦੇ ਵਿਕਾਰਾਂ ਤੋਂ ਫਿਰ ਉਹ ਆਪਣਾ ਆਪ ਤੋੜ ਲੈਂਦੇ ਹਨ। ਹਾਂਜੀ। ਆਇਓ ਸ਼ਰਨ ਦੀਨ ਦੁਖ ਭੰਜਨ ਚਿਤਮਾ ਤੁਮਰੀ ਓਰ। ਇਹ ਦੀਨਾਂ ਦੇ ਦੁੱਖ ਭੰਨਣ ਵਾਲੇ ਸੁਆਮੀ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਔਰ ਤੁਹਾਡੇ ਵੱਲ ਹੀ ਵੇਖ ਰਿਹਾ। ਚਿਤਮੋ ਤੁਮਰੀ ਓਰ, ਜਿਵੇਂ ਕਹਿੰਦੇ ਨੇ ਸਾਰਿਆਂ ਦੀ ਨਿਗਾਹ ਫਲਾਣੇ ਤੇ ਟਿਕੀ ਹੋਈ ਹੈ। ਰੱਬ ਦੇ ਪਿਆਰਿਆਂ ਦੀ ਨਿਗਾਹ ਰੱਬ ਤੇ ਹੀ ਟਿਕੀ ਹੁੰਦੀ ਹੈ। ਉਹ ਕਹਿੰਦੇ ਉਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ। ਇਸ ਕਰਕੇ ਕਹਿ ਰਹੇ ਨੇ ਮਹਾਰਾਜ, ਮੈਂ ਤਾਂ ਤੁਹਾਡੇ ਵੱਲ ਹੀ ਵੇਖਦਾ ਹਾਂ, ਤੁਹਾਡੇ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਜਿਹਦੀ ਟੇਕ ਰੱਖੀਏ, ਜਿਹਦਾ ਆਸਰਾ ਰੱਖੀਏ। ਮਹਾਰਾਜ ਤੁਸੀਂ ਹੀ ਸਾਰੇ ਜਗਤ ਦੇ ਆਸਰਾ ਹੋ। ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ। ਮਹਾਰਾਜ ਜੀ ਤੁਸੀਂ ਅਪੈ ਪਦਵੀ ਦਾ ਦਾਨ ਦੇਣ ਵਾਲੇ, ਤੁਹਾਡਾ ਜਿਹੜਾ ਸਿਮਰਨ ਹੈ ਨਾ, ਵਾਹਿਗੁਰੂ ਵਾਹਿਗੁਰੂ, ਇਹ ਅਪੈ ਪਦਵੀ ਦੇਣ ਵਾਲਾ, ਅਭੈ ਨਿਰਭਉ ਪਦਵੀ। ਜਿਹੜੇ ਇਸ ਅਭੈ ਪਦਵੀ ਵਿੱਚ ਜੁੜ ਜਾਂਦੇ, ਸਿਮਰਨ ਵਿੱਚ ਜੁੜ ਜਾਂਦੇ ਨੇ, ਨਿਰਭਉ ਹੋ ਜਾਂਦੇ ਨੇ, ਪਾਤਸ਼ਾਹ ਕਹਿੰਦੇ ਉਹਨਾਂ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ, ਸਾਰੇ ਬੰਧਨਾਂ ਦੀ ਉਹਨਾਂ ਦੀ ਨਿਰਵਿਰਤੀ ਹੋ ਜਾਂਦੀ। ਨਿਰੰਕਾਰ ਦਾ ਸਿਮਰਨ ਜਿੱਥੇ ਅਪੈ ਪਦਵੀ ਦਾ ਦਾਨ ਦੇਣ ਵਾਲਾ ਹੈ, ਨਿਰੰਕਾਰ ਦਾ ਸਿਮਰਨ ਉੱਥੇ ਸਾਡੇ ਸਾਰੇ ਬੰਧਨਾਂ ਨੂੰ ਕੱਟਣ ਵਾਲਾ ਹੈ।